Hello students. Today's topic again subject introduction to bookkeeping accountancy. It is part 2. So a second part about topic. So a topic ਇਹਨਾਂ ਟ੍ਰੇਡਸ ਦੇ ਸਬਜੈਕਟ ਨਾਲ ਰਿਲੇਟਡ ਆ। ਅੱਜ ਦਾ ਆਪਣੇ ਇਸ ਵੀਡੀਓ ਦੇ ਟੌਪਿਕ ਆ ਆਬਜੈਕਟਿਵ ਆਫ ਅਕਾਊਂਟਿੰਗ, ਐਡਵਾਂਟੇਜ ਆਫ ਅਕਾਊਂਟਿੰਗ ਐਂਡ ਲਿਮਿਟੇਸ਼ਨ ਆਫ ਅਕਾਊਂਟਿੰਗ। ਇਸ ਤੋਂ ਪਹਿਲਾਂ ਅਸੀਂ ਫਸਟ ਵੀਡੀਓ ਬਣਾਇਆ ਸੀ ਜਿਸ 'ਚ ਅਸੀਂ ਮੀਨਿੰਗ ਆਫ ਬੁੱਕਕੀਪਿੰਗ, ਮੀਨਿੰਗ ਆਫ ਅਕਾਊਂਟੈਂਸੀ, ਫੀਚਰਸ ਆਫ ਬੁੱਕਕੀਪਿੰਗ ਐਂਡ ਅਕਾਊਂਟਿੰਗ ਪ੍ਰੋਸੈਸ ਕਵਰ ਕੀਤੀ ਸੀਗੀ। ਸੋ ਇਸ ਚੈਨਲ ਨੂੰ ਬਿਜ਼ਨਸ ਐਂਡ ਕਮਰਸ ਚਿਕ ਨੂੰ ਸਬਸਕ੍ਰਾਈਬ ਕਰੋ ਤਾਂ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ ਜੇ ਤੁਸੀਂ ਨਹੀਂ ਦੇਖਿਆ ਤਾਂ। ਨੈਕਸਟ ਹੁਣ ਆਪਣਾ ਅੱਜ ਦੇ ਟੌਪਿਕ ਦੇ ਵਿੱਚ ਪਹਿਲਾ ਹੈਗਾ ਆਬਜੈਕਟਿਵ ਆਫ ਅਕਾਊਂਟਿੰਗਸ। ਵੀ ਅਸੀਂ ਅਕਾਊਂਟਿੰਗ ਕਰਦੇ ਹਾਂ, ਲੇਖਾ ਵਿਧੀ ਕਰਦੇ ਹਾਂ, ਉਸ ਕਿਸ ਉਦੇਸ਼ ਨਾਲ ਕਰਦੇ ਹਾਂ। ਸੋ ਅਸੀਂ ਇਹਦੇ ਵਿੱਚ 4 ਮੇਨ ਆਬਜੈਕਟਿਵਸ ਵਿੱਚ ਇਨਕਲੂਡ ਕੀਤੇ ਆ: ਰਿਕਾਰਡਿੰਗ ਆਫ ਬਿਜ਼ਨਸ ਟ੍ਰਾਂਜੈਕਸ਼ਨ, ਕੈਲਕੂਲੇਸ਼ਨ ਆਫ ਪ੍ਰੋਫਿਟ ਔਰ ਲਾਸ, ਅਸਰਟੇਨਿੰਗ ਫਾਈਨੈਂਸ਼ੀਅਲ ਪੋਜੀਸ਼ਨ ਆਫ ਬਿਜ਼ਨਸ ਤੇ ਮੇਕਿੰਗ ਇਨਫੋਰਮੇਸ਼ਨ ਅਵੇਲੇਬਲ। ਸੋ ਇਹਦੇ ਬਾਰੇ ਡਿਟੇਲ 'ਚ ਪੜ੍ਹਾਂਗੇ ਹੁਣ ਆਪਾਂ। ਸੋ ਆਬਜੈਕਟਿਵ ਆਫ ਅਕਾਊਂਟਿੰਗ, ਲੇਖਾ ਵਿਧੀ ਦੇ ਉਦੇਸ਼। ਸੋ ਫਸਟ ਜਿਹੜਾ ਆਬਜੈਕਟਿਵ ਆ ਵਪਾਰਿਕ ਲੈਣ ਦੇਣ ਦਾ ਲੇਖਾ ਕਰਨਾ, ਮੇਨਟੇਨੈਂਸ ਆਫ ਰਿਕਾਰਡ ਆਫ ਬਿਜ਼ਨਸ ਟ੍ਰਾਂਜੈਕਸ਼ਨਸ। ਕਿਉਂਕਿ ਇਹਦਾ ਮੇਨ ਆਬਜੈਕਟਿਵ ਆ ਅਕਾਊਂਟਿੰਗ ਦਾ ਵੀ ਜੋ ਵੀ ਬਿਜ਼ਨਸ ਟ੍ਰਾਂਜੈਕਸ਼ਨਸ ਹੁੰਦੀਆਂ ਵਾ ਉਹ ਸਾਰੀਆਂ ਦੀਆਂ ਸਾਰੀਆਂ ਬਿਜ਼ਨਸ ਟ੍ਰਾਂਜੈਕਸ਼ਨਸ ਵਪਾਰਿਕ ਬੁੱਕਸ ਦੇ ਵਿੱਚ ਲਿਖੀਆਂ ਜਾਣ, ਉਹਨਾਂ ਦਾ ਪੂਰਾ ਲੜੀਵਾਰ ਪੱਕਾ ਲੇਖਾ ਕੀਤਾ ਜਾਵੇ। ਕਿਉਂਕਿ ਜਿਹੜੇ ਲੈਣ ਦੇਣ ਹੁੰਦੇ ਉਹ ਸਾਰੇ ਦੇ ਸਾਰੇ ਲੈਣ ਦੇਣ ਨੂੰ ਯਾਦ ਰੱਖਣਾ ਬੜਾ ਮੁਸ਼ਕਿਲ ਹੁੰਦਾ ਵਾ, ਕੋਈ ਵੀ ਉਹਨੂੰ ਯਾਦ ਨਹੀਂ ਰੱਖ ਸਕਦਾ। ਇਸ ਲਈ ਇਹਨਾਂ ਨੂੰ ਵਪਾਰਿਕ ਪੁਸਤਕਾਂ ਵਿੱਚ ਡੇਟ ਵਾਈਜ਼ ਸੀਰੀਅਲ ਆਰਡਰ ਦੇ ਵਿੱਚ ਲਿਖਿਆ ਜਾਂਦਾ ਵਾ ਤਾਂ ਕਿ ਕੋਈ ਵੀ ਟ੍ਰਾਂਜੈਕਸ਼ਨ ਭੁੱਲ ਨਾ ਜਾਵੇ ਜਾਂ ਲਿਖਣ ਤੋਂ ਰਹਿ ਨਾ ਜਾਵੇ। ਸੋ ਅਕਾਊਂਟਿੰਗ ਦਾ ਮੇਨ ਪਰਪਸ ਇਹੀ ਆ ਵੀ ਜੋ ਵੀ ਬਿਜ਼ਨਸ 'ਚ ਟ੍ਰਾਂਜੈਕਸ਼ਨ ਹੁੰਦੀ ਆ ਮਨੀ ਨਾਲ ਰਿਲੇਟਡ, ਉਹ ਸਾਰੀ ਟ੍ਰਾਂਜੈਕਸ਼ਨਸ ਅਸੀਂ ਲਿਖ ਲਈਏ ਤਾਂ ਕਿ ਉਹਦਾ ਸਾਡੇ ਕੋਲੇ ਕੰਪਲੀਟ ਰਿਕਾਰਡ ਹੋਵੇ, ਪਰਮਾਨੈਂਟ ਰਿਕਾਰਡ ਹੋਵੇ। ਹਾਂਜੀ, ਸੈਕੰਡ ਆਬਜੈਕਟਿਵ ਆ ਕੈਲਕੂਲੇਸ਼ਨ ਆਫ ਪ੍ਰੋਫਿਟ ਐਂਡ ਲਾਸ, ਲਾਭ ਹਾਨੀ ਪਤਾ ਕਰਨਾ। ਦੇਖੋ ਆਪਾਂ ਬਿਜ਼ਨਸ ਕੀਤਾ ਹੀ ਕਿਸ ਕਰਕੇ ਜਾਂਦਾ, ਲਾਭ ਕਮਾਉਣ ਦੇ ਉਦੇਸ਼ ਦੇ ਨਾਲ। ਸੋ ਹਰੇਕ ਪਰਸਨ ਇਹ ਜਾਣਨਾ ਚਾਹੁੰਦਾ ਵਾ ਵੀ ਜੋ ਉਹਨੇ ਬਿਜ਼ਨਸ ਕੀਤਾ ਜਾਂ ਜੋ ਟ੍ਰਾਂਜੈਕਸ਼ਨ ਕੀਤੀਆਂ ਉਸ ਟ੍ਰਾਂਜੈਕਸ਼ਨ ਤੋਂ ਉਸ ਨੂੰ ਲਾਭ ਹੋਇਆ ਜਾਂ ਹਾਨੀ। ਇਸ ਦੇ ਲਈ ਲੇਖਾ ਵਿਧੀ ਕੀਤੀ ਜਾਂਦੀ ਆ। ਲੇਖਾ ਵਿਧੀ ਦਾ ਇਹ ਮਹੱਤਵਪੂਰਨ ਉਦੇਸ਼ ਆ ਲਾਭ ਹਾਨੀ ਪਤਾ ਕਰਨਾ। ਲੇਖਾ ਵਿਧੀ ਦੇ ਵਿੱਚ ਅਕਾਊਂਟਿੰਗ ਦੇ ਵਿੱਚ ਸਾਲ ਦੇ ਐਂਡ ਦੇ ਵਿੱਚ ਅਸੀਂ ਪ੍ਰੋਫਿਟ ਐਂਡ ਲਾਸ ਅਕਾਊਂਟ ਤਿਆਰ ਕਰਦੇ ਹਾਂ, ਜਿਸ ਤੋਂ ਪਤਾ ਚੱਲਦਾ ਵਾ ਵੀ ਸਾਲ ਦੇ ਦੌਰਾਨ ਜੋ ਵੀ ਲੈਣ ਦੇਣ ਹੋਇਆ ਉਹਨਾਂ ਤੋਂ ਸਾਨੂੰ ਪ੍ਰੋਫਿਟ ਹੋਇਆ ਜਾਂ ਲਾਸ ਹੋਇਆ। ਸੋ ਇਹ ਸੈਕਿੰਡ ਆਬਜੈਕਟਿਵ ਲਿਖ ਸਕਦੇ ਹਾਂ ਆਪਾਂ ਇਹਦਾ, ਦੈਟ ਇਜ਼ ਕੈਲਕੂਲੇਸ਼ਨ ਆਫ ਪ੍ਰੋਫਿਟ ਔਰ ਲਾਸ। ਥਰਡ ਆਬਜੈਕਟਿਵ ਹੈਗਾ ਅਕਾਊਂਟਿੰਗ ਦਾ ਵਿੱਤੀ ਸਥਿਤੀ ਪਤਾ ਕਰਨਾ, ਅਸਰਟੇਨਿੰਗ ਦਾ ਫਾਈਨੈਂਸ਼ੀਅਲ ਪੋਜੀਸ਼ਨ ਆਫ ਦਾ ਬਿਜ਼ਨਸ। ਬਿਜ਼ਨਸ ਦੇ ਵਿੱਚ ਅਸੀਂ ਜਦੋਂ ਟ੍ਰਾਂਜੈਕਸ਼ਨਸ ਸਾਲ ਦੇ ਦੌਰਾਨ ਹੁੰਦੀਆਂ, ਅਸੀਂ ਸਾਲ ਦੇ ਐਂਡ ਦੇ ਵਿੱਚ ਇੱਕ ਬੈਲੈਂਸ ਸ਼ੀਟ ਪ੍ਰਪੇਅਰ ਕਰਦੇ ਹਾਂ ਜਿਹਨੂੰ ਸਥਿਤੀ ਵਿਵਰਣ ਕਿਹਾ ਜਾਂਦਾ ਵਾ। ਇਸ ਬੈਲੈਂਸ ਸ਼ੀਟ ਦੇ ਵਿੱਚ, ਇਸ ਸਥਿਤੀ ਵਿਵਰਣ ਦੇ ਵਿੱਚ ਬਿਜ਼ਨਸ ਨਾਲ ਰਿਲੇਟਡ ਸਾਰੀਆਂ ਐਸੈਟਸ, ਲਾਇਬਿਲਿਟੀਜ਼, ਕੈਪੀਟਲ, ਸਾਰੀਆਂ ਚੀਜ਼ਾਂ ਦਾ ਰਿਕਾਰਡ ਕੀਤਾ ਜਾਂਦਾ, ਯਾਨੀ ਐਸੈਟ ਲਾਇਬਿਲਿਟੀਜ਼ ਦਾ ਰਿਕਾਰਡ ਕੀਤਾ ਜਾਂਦਾ ਵਾ। ਇਸ ਤੋਂ ਸਾਨੂੰ ਵਪਾਰ ਦੀ ਵਿੱਤੀ ਸਥਿਤੀ ਦਾ ਪਤਾ ਚੱਲਦਾ ਵਾ। ਸੋ ਇਹ ਬੈਲੈਂਸ ਸ਼ੀਟ ਆ ਜੋ ਬਿਜ਼ਨਸ ਦੀ ਵਿੱਤੀ ਸਥਿਤੀ ਨੂੰ ਦਿਖਾਉਂਦੀ ਆ। ਸੋ ਅਕਾਊਂਟਿੰਗ ਦੇ ਵਿੱਚ ਅਸੀਂ ਵਿੱਤੀ ਸਥਿਤੀ ਦਾ ਪਤਾ ਲਗਾਉਣ ਲਈ ਬੈਲੈਂਸ ਸ਼ੀਟ ਪ੍ਰਪੇਅਰ ਕਰਦੇ ਹਾਂ। ਸੋ ਇਹ ਆਬਜੈਕਟਿਵ ਬੈਲੈਂਸ ਸ਼ੀਟ ਦਾ ਹੋ ਗਿਆ ਵਿੱਤੀ ਸਥਿਤੀ ਪਤਾ ਕਰਨਾ, ਮਤਲਬ ਫਾਈਨੈਂਸ਼ੀਅਲ ਪੋਜੀਸ਼ਨ ਹੋ ਗਈ, ਪਿਛਲੇ ਸਾਲ ਨਾਲੋਂ ਅਸੀਂ ਦੇਖਾਂਗੇ ਬੈਟਰ ਆ ਜਾਂ ਪਿਛਲੇ ਨਾਲੋਂ ਵਰਸ ਆ, ਅਸੀਂ ਕੰਪੇਅਰ ਕਰ ਸਕਦੇ ਹਾਂ। ਸੋ ਇਹ ਪੋਸੀਬਲ ਕਿਵੇਂ ਹੁੰਦਾ ਵਾ, ਅਕਾਊਂਟਿੰਗ ਦੇ ਨਾਲ। ਨੈਕਸਟ ਮੇਕਿੰਗ ਇਨਫੋਰਮੇਸ਼ਨ ਅਵੇਲੇਬਲ। ਕਿਉਂਕਿ ਮੇਕਿੰਗ ਇਨਫੋਰਮੇਸ਼ਨ ਅਵੇਲੇਬਲ ਦਾ ਮਤਲਬ ਇਹ ਆ ਵੀ ਸੂਚਨਾਵਾਂ ਅਸੀਂ ਉਪਲਬਧ ਕਰਾਉਣੀਆਂ ਵਾ ਇੰਟਰਸਟਡ ਪਾਰਟੀਜ਼ ਨੂੰ। ਦੇਖੋ ਬਿਜ਼ਨਸ ਹੁੰਦਾ ਵਾ, ਅੱਜ ਕੱਲ੍ਹ ਤਾਂ ਬਿਜ਼ਨਸ ਆ ਜਿਹੜਾ ਬਹੁਤ ਜ਼ਿਆਦਾ ਕੰਪੀਟੀਸ਼ਨ ਆ ਬਿਜ਼ਨਸ ਦੇ ਵਿੱਚ,
ਤੇ ਇਹ ਡਿਫਿਕਲਟ ਵੀ ਜ਼ਿਆਦਾ ਵਾ। ਇਸ ਕਰਕੇ ਅੱਜ ਕੱਲ੍ਹ ਹਰੇਕ ਪਰਸਨ ਨੂੰ ਇਸ ਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ, ਚਾਹੇ ਉਹ ਓਨਰ ਹੋਵੇ, ਪ੍ਰਬੰਧਕ ਹੋਵੇ, ਗੌਰਮੈਂਟ ਹੋਵੇ, ਕਰਮਚਾਰੀ ਹੋਵੇ, ਨਿਵੇਸ਼ਕ ਹੋਵੇ। ਸੋ ਉਹਨਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੈ, ਟਾਈਮਲੀ ਇਨਫੋਰਮੇਸ਼ਨ ਚਾਹੀਦੀ ਹੈ। ਇਸ ਲਈ ਅਕਾਊਂਟਿੰਗ ਦਾ ਆਬਜੈਕਟਿਵ ਬਣ ਜਾਂਦਾ ਵਾ ਵੀ ਉਹ ਇਨਫੋਰਮੇਸ਼ਨ ਇੰਟਰਸਟਡ ਪਾਰਟੀਜ਼ ਨੂੰ ਉਪਲਬਧ ਕਰਾਵੇ ਤੇ ਟਾਈਮ ਸਿਰ ਉਪਲਬਧ ਕਰਾਵੇ। ਸੋ ਇਹ ਸੀਗੇ ਬਿਜ਼ਨਸ ਦੀ ਆਪਣੀ ਅਕਾਊਂਟਿੰਗ ਦੇ ਆਬਜੈਕਟਿਵ। ਨੈਕਸਟ ਟੌਪਿਕ ਆਪਣੇ ਕੋਲੇ ਐਡਵਾਂਟੇਜ ਆਫ ਅਕਾਊਂਟਿੰਗ, ਲੇਖਾ ਵਿਧੀ ਦੇ ਲਾਭ। ਸੋ ਫਸਟ ਹੈਗਾ ਮੇਨਟੇਨੈਂਸ ਆਫ ਰਿਕਾਰਡ, ਯਾਨੀ ਕਿ ਰਿਕਾਰਡ ਲੇਖਾ ਰੱਖਣਾ। ਜੋ ਆਪਾਂ ਪਿੱਛੇ ਵੀ ਕਰਿਆ, ਦੇਖੋ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਹਰੇਕ ਟ੍ਰਾਂਜੈਕਸ਼ਨ ਦਾ ਅਸੀਂ ਰਿਕਾਰਡ ਰੱਖਦੇ ਹਾਂ ਅਕਾਊਂਟਿੰਗ ਦੇ ਵਿੱਚ। ਸੋ ਇਹੀ ਸਾਨੂੰ ਇਹਦਾ ਲਾਭ ਹੋ ਜਾਂਦਾ ਵਾ ਵੀ ਕਿਉਂਕਿ ਲੇਖਾ ਵਿਧੀ ਦੇ ਵਿੱਚ ਜਿਹੜੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਉਹਨਾਂ ਨੂੰ ਅਸੀਂ ਸੀਰੀਅਲ ਆਰਡਰ ਦੇ ਵਿੱਚ ਡੇਟ ਵਾਈਜ਼ ਲਿਖਿਆ ਹੁੰਦਾ ਵਾ। ਸੋ ਇਸ ਤਰ੍ਹਾਂ ਸਾਡੇ ਕੋਲ ਪਰਮਾਨੈਂਟ ਰਿਕਾਰਡ ਹੁੰਦਾ ਵਾ ਸਾਰੇ ਲੈਣ ਦੇਣ। ਸੋ ਇਹਦਾ ਫਸਟ ਐਡਵਾਂਟੇਜ ਹੋ ਗਿਆ ਰਿਕਾਰਡ, ਮੇਨਟੇਨੈਂਸ ਆਫ ਰਿਕਾਰਡ ਮਤਲਬ ਲੇਖਾ ਰੱਖਣਾ। ਸੈਕਿੰਡ ਹੈਗਾ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ। ਹੁਣ ਅਸੀਂ ਆਬਜੈਕਟਿਵ ਦੇ ਵਿੱਚ ਪੜ੍ਹਿਆ ਸੀ, ਇਹਦਾ ਮੇਨ ਆਬਜੈਕਟਿਵ ਆ ਇਨਫੋਰਮੇਸ਼ਨ ਦੇਣਾ ਇੰਟਰਸਟਡ ਪਾਰਟੀਜ਼ ਨੂੰ। ਉਹੀ ਇਹਦਾ ਐਡਵਾਂਟੇਜ ਬਣ ਗਿਆ। ਇਹਦੇ ਨਾਲ ਕੀ ਹੁੰਦਾ, ਇਨਫੋਰਮੇਸ਼ਨ ਮਿਲਦੀ ਆ ਕਿਉਂਕਿ ਅਸੀਂ ਸਾਰੀ ਲੈਣ ਦੇਣ ਆ ਜਿਹੜੇ ਉਹ ਬਿਜ਼ਨਸ ਦੇ ਵਿੱਚ ਬੁੱਕਸ ਦੇ ਵਿੱਚ ਰਿਕਾਰਡ ਕੀਤੇ ਹੋਏ ਆ। ਇਸ ਕਰਕੇ ਜੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਸੰਬੰਧਿਤ ਵਿਅਕਤੀ ਨੂੰ ਜਾਂ ਸੰਸਥਾ ਨੂੰ ਤਾਂ ਉਸ ਸਮੇਂ ਸਿਰ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਆ ਕਿਉਂਕਿ ਸਾਡੇ ਕੋਲ ਪ੍ਰੋਪਰ ਅਕਾਊਂਟਸ ਹੈਗੇ ਆ। ਨੈਕਸਟ ਹੈਗਾ ਵਾ ਡਿਸਕਲੋਜ਼ਿੰਗ ਰਿਜ਼ਲਟ, ਉਹੀ ਪ੍ਰੋਫਿਟ ਐਂਡ ਲਾਸ ਪਤਾ ਕਰਨਾ। ਇਹਦਾ ਆਬਜੈਕਟਿਵ ਸੀਗਾ ਵੀ ਪ੍ਰੋਫਿਟ ਐਂਡ ਲਾਸ ਪਤਾ ਕਰਨਾ ਵੀ ਪ੍ਰੋਫਿਟ ਹੋਇਆ ਜਾਂ ਲਾਸ ਹੋਇਆ। ਉਹੀ ਇਹਦਾ ਐਡਵਾਂਟੇਜ ਹੋ ਗਿਆ। ਹੁਣ ਜੇ ਅਸੀਂ ਬੁੱਕਸ ਮੇਨਟੇਨ ਕੀਤੀਆਂ ਵਾ, ਅਕਾਊਂਟਿੰਗ ਕੀਤੀ ਆ ਪ੍ਰੋਪਰ ਵੇ ਦੇ ਨਾਲ, ਤਾਂ ਅਸੀਂ ਹਰ ਸਾਲ ਦੇ ਅੰਤ ਵਿੱਚ ਲਾਭ ਹਾਨੀ ਪਤਾ ਕਰ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਲਾਭ ਹਾਨੀ ਅਕਾਊਂਟ ਤਿਆਰ ਕੀਤਾ ਜਾਂਦਾ ਵਾ। ਇਸ ਅਕਾਊਂਟ ਦੇ ਵਿੱਚ ਅਸੀਂ ਜੋ ਫਾਈਨੈਂਸ਼ੀਅਲ ਈਅਰ ਦੇ ਵਿੱਚ ਸਾਡੀਆਂ ਇਨਕਮਸ ਹੁੰਦੀਆਂ ਵਾ, ਜੋ ਐਕਸਪੈਂਸਿਸ ਹੁੰਦੇ ਉਹਨਾਂ ਸਾਰਿਆਂ ਨੂੰ ਲਿਖਦੇ ਆ ਤੇ ਇਸ ਦੇ ਆਧਾਰ ਤੇ ਸਾਨੂੰ ਪਤਾ ਲੱਗ ਜਾਂਦਾ ਵਾ ਵੀ ਲਾਭ ਹੋਇਆ ਜਾਂ ਹਾਨੀ। ਨੈਕਸਟ ਹੈਗਾ ਵਿੱਤੀ ਸਥਿਤੀ ਪਤਾ ਕਰਨਾ, ਡਿਟਰਮੀਨੇਸ਼ਨ ਆਫ ਫਾਈਨੈਂਸ਼ੀਅਲ ਪੋਜੀਸ਼ਨ ਜਾਂ ਇਨਫੋਰਮੇਸ਼ਨ ਅਬਾਊਟ ਫਾਈਨੈਂਸ਼ੀਅਲ ਪੋਜੀਸ਼ਨ। ਸੋ ਜਦੋਂ ਅਸੀਂ ਅਕਾਊਂਟਿੰਗ ਕਰਦੇ ਹਾਂ, ਅਸੀਂ ਸਾਲ ਦੇ ਐਂਡ 'ਚ ਇੱਕ ਪ੍ਰੋਫਿਟ ਐਂਡ ਲਾਸ ਅਕਾਊਂਟ ਪ੍ਰਪੇਅਰ ਕਰਦੇ ਹਾਂ, ਇੱਕ ਬੈਲੈਂਸ ਸ਼ੀਟ ਪ੍ਰਪੇਅਰ ਕਰਦੇ ਹਾਂ। ਸੋ ਪ੍ਰੋਫਿਟ ਐਂਡ ਲਾਸ ਤੋਂ ਸਾਨੂੰ ਪ੍ਰੋਫਿਟ ਜਾਂ ਲਾਸ ਯਾਨੀ ਕਿ ਪਤਾ ਲੱਗਦਾ ਪ੍ਰੋਫਿਟ ਜਾਂ ਲਾਸ, ਤੇ ਬੈਲੈਂਸ ਸ਼ੀਟ ਤੋਂ ਸਾਨੂੰ ਵਿੱਤੀ ਸਥਿਤੀ ਪਤਾ ਚੱਲਦੀ ਹੈ। ਸੋ ਇਹ ਸਾਨੂੰ ਬੈਲੈਂਸ ਸ਼ੀਟ ਦੇ ਰੂਪ ਦੇ ਵਿੱਚ ਫਾਈਨੈਂਸ਼ੀਅਲ ਪੋਜੀਸ਼ਨ ਬਾਰੇ ਜਾਣਕਾਰੀ ਦਿੰਦਾ ਵਾ ਤੇ ਇਸ ਫਾਈਨੈਂਸ਼ੀਅਲ ਪੋਜੀਸ਼ਨ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਬਿਜ਼ਨਸ ਕੋਲੇ ਕਿੰਨੀਆਂ ਸੰਪਤੀਆਂ ਵਾ, ਕਿੰਨੀਆਂ ਉਹਦੀਆਂ ਦੇਣਦਾਰੀਆਂ ਵਾ, ਕਿੰਨੀ ਉਹਦੀ ਪੂੰਜੀ ਆ। ਸੋ ਫਾਈਨੈਂਸ਼ੀਅਲ ਪੋਜੀਸ਼ਨ ਬਾਰੇ ਸਾਰੀ ਇਨਫੋਰਮੇਸ਼ਨ ਸਾਨੂੰ ਮਿਲ ਜਾਂਦੀ ਹੈ ਅਕਾਊਂਟਿੰਗ। ਨੈਕਸਟ ਕੰਪੈਰੀਜ਼ਨ, ਤੁਲਨਾ। ਦੇਖੋ ਅਸੀਂ ਜੋ ਅਕਾਊਂਟਿੰਗ ਜਿਹੜੀ ਕਰਦੇ ਹਾਂ ਉਹ ਬੜੀ ਸਿਸਟਮੈਟਿਕ ਢੰਗ ਨਾਲ, ਇੱਕ ਵਿਵਸਥਿਤ ਢੰਗ ਨਾਲ ਸਿਧਾਂਤਾਂ ਦੇ ਆਧਾਰ ਤੇ ਕਰਦੇ ਹਾਂ ਤੇ ਹਰੇਕ ਸਾਲ ਸਿਧਾਂਤ ਜਾਂ ਸਾਡੀ ਵਿਧੀ ਸੇਮ ਹੁੰਦੀ ਹੈ। ਇਸ ਤਰ੍ਹਾਂ ਅਸੀਂ ਦੋ ਤੋਂ ਵੱਧ ਸਾਲਾਂ ਦੇ ਵਿੱਚ ਕੰਪੈਰੀਜ਼ਨ ਕਰ ਸਕਦੇ ਹਾਂ, ਯਾਨੀ ਪਿਛਲੇ ਸਾਲ ਨਾਲ ਕੰਪੇਅਰ ਕਰ ਸਕਦੇ ਹਾਂ ਵੀ ਸਾਡਾ ਜਿਹੜਾ ਬਿਜ਼ਨਸ ਆ ਉਹ ਪਿਛਲੇ ਸਾਲ ਨਾਲੋਂ ਬੈਟਰ ਹੋਇਆ ਵਾ, ਵਧੀਆ ਹੋਇਆ ਵਾ, ਜਾਂ ਉਹਦੇ ਵਿੱਚ ਕੋਈ ਪ੍ਰੋਬਲਮ ਪਿਛਲੇ ਸਾਲ ਨਾਲੋਂ ਕੋਈ ਘੱਟ ਪੋਜੀਸ਼ਨ ਆ ਉਹਦੀ, ਜਾਂ ਪ੍ਰੋਫਿਟ ਘਟਿਆ ਵਾ। ਇਹਦੇ ਬਾਰੇ ਪੂਰੀ ਸਾਨੂੰ ਇਨਫੋਰਮੇਸ਼ਨ ਮਿਲ ਸਕਦੀ ਹੈ, ਅਸੀਂ ਕੰਪੇਅਰ ਕਰ ਸਕਦੇ ਹਾਂ। ਅਸੀਂ ਆਪਣੇ ਬਿਜ਼ਨਸ ਨੂੰ ਹੀ ਪਿਛਲੇ ਸਾਲਾਂ ਨਾਲ ਕੰਪੇਅਰ ਨਹੀਂ ਕਰ ਸਕਦੇ, ਅਸੀਂ ਇਸ ਦੇ ਵਿੱਚ ਦੂਜੇ ਵਪਾਰ ਨਾਲ ਵੀ ਆਪਣੇ ਵਪਾਰ ਦੀ ਤੁਲਨਾ ਕਰ ਸਕਦੇ ਹਾਂ। ਸੋ ਕੰਪੈਰੀਜ਼ਨ ਦੀ ਇਹ ਫੈਸਿਲਿਟੀ ਦਿੰਦੀ ਆ ਅਕਾਊਂਟਿੰਗ। ਨੈਕਸਟ ਹੈਗਾ ਪਲੈਨਿੰਗ, ਯੋਜਨਾਬੰਦੀ। ਅਕਾਊਂਟਿੰਗ ਦੇ ਵਿੱਚ ਅਸੀਂ ਸਾਡੇ ਕੋਲ ਪ੍ਰੋਪਰ ਰਿਕਾਰਡ ਮੇਨਟੇਨਡ ਹੈਗੇ ਆ। ਸੋ ਇਸ ਕਰਕੇ ਅਕਾਊਂਟਿੰਗ ਤੋਂ ਸਾਨੂੰ ਜੋ ਯੂਜ਼ਫੁਲ ਇਨਫੋਰਮੇਸ਼ਨ ਹੁੰਦੀ ਆ ਉਹ ਮਿਲ ਜਾਂਦੀ ਆ, ਟਾਈਮਲੀ ਮਿਲ ਜਾਂਦੀ ਆ ਤੇ ਜਿਹੜੀ ਕਿ ਵਪਾਰ ਦੇ ਓਨਰਸ ਨੂੰ, ਮੈਨੇਜਰਸ ਨੂੰ ਵਪਾਰ ਦੀ ਪਲੈਨਿੰਗ ਦੇ ਲਈ ਜ਼ਰੂਰੀ ਹੁੰਦੀ ਆ। ਇਸ ਲਈ ਲੇਖਾ ਵਿਧੀ ਹੈ ਜਿਹੜੀ ਉਹ ਪਲੈਨਿੰਗ ਦੇ ਵਿੱਚ ਵੀ ਸਹਾਇਕ ਆ। ਨੈਕਸਟ ਹੈਗਾ ਵਾ ਡਿਟਰਮੀਨੇਸ਼ਨ ਆਫ ਕਰ, ਯਾਨੀ ਕਿ ਟੈਕਸ, ਡਿਟਰਮੀਨੇਸ਼ਨ ਆਫ ਟੈਕਸ ਲਾਇਬਿਲਿਟੀ, ਕਰ ਨਿਰਧਾਰਨ।
देखो जी अकाउंटिंग की जाती है दैट इज़ बेस्ड ऑन द प्रिंसीपल्स की जाती है एंड दैट प्रिंसीपल्स आर लीगली एक्सैप्टेबल, यानी कि लेखा विधि कानूनी सिद्धांतां अते कानूनी तौर पर मंजूर विधि नाल की जाती है। इस करके सानू एग्जैक्टली पता लग जाता साडा प्रॉफिट कितना ते ओहदे ते साडा टैक्स कितना होगा। इस तरह अकाउंटिंग दे नाल सानू अपनी कर देनदारी का भी पता चल जाता वा। नैक्सट हैगा वा एविडेंस इन कोर्ट, अदालत दे विच सबूत, अदालती सबूत एविडेंस इन कोर्ट। सो जो असी अकाउंटिंग करते हैं तो जोड़े रिकॉर्ड असी मेनटेन करते हैं, जो बुक्स मेनटेन करते हैं वो बुक्स अदालत दे विच बिजनेसमैन दे या व्यापारी दे दावे सिद्ध करने दे लई सबूत के तौर पर वरती जा सकते हैं, क्योंकि ये लेखे या दस्तावेज जोड़े होंगे प्रूवड बेस्ड होंगे, यानी कि असी इनू प्रूफ के बेस पर रिकॉर्डिंग करते हैं। तो जी अकाउंटिंग आ साडी वो लीगल वे नाल होंदी आ, बेस्ड ऑन प्रिंसीपल होंदी आ, जिहड़ी लीगली एक्सैप्टेबल आ। इस करके ये सानू अदालत दे विच एज ए सबूत दे तौर ते वरते जाने वाले रिकॉर्ड उपलब्ध करवाउंदी है। सो इज द एडवांटेज ऑफ अकाउंटिंग। नेक्स्ट इज लिमिटेशंस ऑफ अकाउंटिंग। सो जिथे सानू अकाउंटिंग के फायदे आ उत्थे दियां कुछ लिमिटेशंस भी आ। सो जिवें अधूरी जानकारी, भूतकालीन जानकारी, अनुमानां ते आधारित अलग अलग विधियां की वरतों, पक्षपातपूर्ण ते वर्तमान मुल की जानकारी ने। सो इहनूं हुण असीं डिटेल दे विच करांगे। लेखा विधि दीयां सीमावां। सो फस्ट इज इनकंप्लीट इंफॉर्मेशन। सो अकाउंटिंग्स दे विच या लेखा विधि दे विच असी वो ट्रांसैक्शनस रिकॉर्ड करते हैं जो धन नाल संबंधित होंदियां, सिर्फ वही ट्रांसैक्शनस रिकॉर्ड की जांदियां। जिहड़ियां ट्रांसैक्शनस गैर वित्ती होंदियां वा, यानी कि जिन्हां दा मनी नाल कोई रिलेशन नहीं हुंदा, उन्हां ट्रांसैक्शन नूं ते उन्हां इनफॉर्मेशन नूं असी इग्नोर कर दिंदे हैं, यानी कि बुक्स दे विच नहीं लिखिया जांदा। इस तरह ये सानू इनकंप्लीट इनफॉर्मेशन प्रोवाइड करती है। कई बार यह जी इनफॉर्मेशन भी यूजफुल होंदी है जिहड़ी मनी नाल रिलेटेड ना हो। सो फॉर एग्जाम्पल आपां दो फर्म लेने, एक फर्म न्यू आ जिहदे विच काफ़ी ज़्यादा एसेट्स दिख रही वा, कैश दिख रहा वा, तो यानी फाइनैशियल पोजीशन वो साउंड दिख रही है, पर दूसरी कंपनी आ वो फाइनैशियल पोजीशन तो इन्नी साउंड नहीं दिख रही, पर जिहड़ी नॉन फाइनैशियल इनफॉर्मेशन आ उहदे विच आ भी जिहड़ी फर्म फाइनैशियल पोजीशन साउंड शो कर रही है उहदे विच सारे परसन इनएक्सपीरियंस हो सकते हैं, मतलब इनएक्सपीरियंस आ नवे आ, पर जिहड़ी फर्म आ जिहड़ी साउंड जिहड़ी ठीक ठीक पोजीशन शो कर रही है उहदे विच हो सकता वा भी बहुत ज़्यादा एक्सपीरियंस परसनस होण, 15-20 साल के एक्सपीरियंस परसन होण, बट यह इनफॉर्मेशन अकाउंटिंग तो सानू नहीं मिल सकती। सो इस करके ये सानू इनकंप्लीट इनफॉर्मेशन प्रोवाइड करती है। सैकेंड इज भूतकालीन जानकारी, इनफॉर्मेशन अबाउट पास्ट। देखो असी जो असी अकाउंटिंग करते हैं, असी अकाउंटिंग दे विच साल के एंड दे विच प्रॉफिट एंड लॉस अकाउंट बनाने, बैलेंस शीट बनाने। प्रॉफिट एंड लॉस अकाउंट सानू प्रॉफिट बारे, प्रॉफिट या लॉस बारे, या ते बैलेंस शीट सानू फाइनैशियल पोजीशन वित्तीय स्थिति बारे जानकारी दिंदी है, पर यह जानकारी कदों दी जाती है जो साल लंघ जाता। सो इसका मतलब ये बीते साल बारे जानकारी प्राप्त होती है, पर बिजनेस नूं ड्यूरिंग द कोर्स इनफॉर्मेशन चाहिए होंदी आ जो कि अकाउंटिंग दे विच नहीं प्रोवाइड की जा सकती या नहीं प्रोवाइड की जाती। ये जिहड़ी लोड़ आ वो अकाउंटिंग पूरा नहीं करती। नैक्सट है अनुमानां ते आधारित बेस्ड ऑन एस्टीमेट। देखो जो असी अकाउंटिंग करते हैं तो सानू उहदे दौरान कुछ ना एस्टीमेट लगाने पैंदे आ, कुछ अनुमान लगाने पैंदे आ। फॉर एग्जाम्पल जो असी न्यू मशीन परचेज करते हैं, नवी मशीन खरीदते हैं, तो सानू एस्टीमेट लगाना पैंदा भी ये किन्ने साल चलेगी, तां ही उहदे बेस ते असी उहनूं डेप्रीशिएट कर सकते हैं। सो इस तरह ही देनदार यानी कि जिन्होंने सानू रुपये देने आ
ਡੈਟਰਸ ਆ ਜਿਹੜੇ ਸਾਡੇ, ਉਹਨਾਂ 'ਚੋਂ ਕਿੰਨਿਆਂ ਤੋਂ ਪੈਸੇ ਆਉਣਗੇ ਜਾਂ ਕਿੰਨਿਆਂ ਤੋਂ ਪੈਸੇ ਨਹੀਂ ਆਉਣਗੇ। ਯਾਨੀ ਕਿ ਅਸੀਂ ਐਸਟੀਮੇਟ ਕਰਦੇ ਹਾਂ ਵੀ ਕਿੰਨੇ ਸਾਡੇ ਬੈਡ ਡੈਬਟ ਹੋਣਗੇ, ਕਿੰਨੇ ਸਾਨੂੰ ਕਿੰਨੇ ਪ੍ਰਤੀਸ਼ਤ ਪੈਸੇ ਨਹੀਂ ਦੇਣਗੇ। ਸੋ ਇਸ ਤਰ੍ਹਾਂ ਕਿਉਂਕਿ ਅਸੀਂ ਜਿਹੜੀ ਅਕਾਊਂਟਿੰਗ ਕੀਤੀ ਆ ਉਹ ਐਸਟੀਮੇਟ ਦੇ ਬੇਸ ਤੇ ਕੀਤੀ ਆ, ਅਨੁਮਾਨਾਂ ਦੇ ਆਧਾਰ ਕੀਤੀ ਆ। ਸੋ ਇਸ ਕਰਕੇ ਲੇਖਾ ਵਿਧੀ ਦੁਆਰਾ ਪ੍ਰਾਪਤ ਜਾਣਕਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ। ਨੈਕਸਟ ਆ ਵੀ ਅਲੱਗ-ਅਲੱਗ ਵਿਧੀਆਂ ਦੀ ਵਰਤੋਂ। ਦੇਖੋ ਅਕਾਊਂਟਿੰਗ ਸਿਧਾਂਤਾਂ ਦੇ ਆਧਾਰ ਤੇ ਹੁੰਦੀ ਹੈ, ਇਟ ਇਜ਼ ਬੇਸਡ ਔਨ ਪ੍ਰਿੰਸੀਪਲਸ, ਪਰ ਲੇਖਾ ਵਿਧੀ ਦੇ ਸਿਧਾਂਤ ਹੀ ਟ੍ਰਾਂਜੈਕਸ਼ਨ ਨੂੰ ਵੱਖ-ਵੱਖ ਮੈਥਡ ਨਾਲ ਰਿਕਾਰਡ ਕਰਨ ਦੀ ਓਪਰਚੁਨਿਟੀ ਦਿੰਦੇ ਆ, ਰਿਕਾਰਡ ਕਰਨ ਦਾ ਅਵਸਰ ਦਿੰਦੇ ਆ। ਇਸ ਲਈ ਇੱਕ ਲੈਣ ਦੇਣ ਨੂੰ ਵੱਖ-ਵੱਖ ਵਿਅਕਤੀਆਂ ਦੁਆਰਾ ਵੱਖ-ਵੱਖ ਲੇਖੇ ਕੀਤੇ ਜਾ ਸਕਦੇ ਹਨ। ਵੀ ਕੋਈ ਵੀ ਇੱਕ ਪਾਰਟੀਕੂਲਰ ਟ੍ਰਾਂਜੈਕਸ਼ਨ ਉਹਨੂੰ ਇੱਕ ਬੰਦਾ ਕਿਸੇ ਹੋਰ ਤਰ੍ਹਾਂ ਲਿਖ ਸਕਦਾ, ਇੱਕ ਬੰਦਾ ਕਿਸੇ ਹੋਰ ਤਰ੍ਹਾਂ ਲਿਖ ਸਕਦਾ, ਕਿਉਂਕਿ ਇਹਦੇ 'ਚ ਅਲਟਰਨੇਟਿਵ ਟ੍ਰੀਟਮੈਂਟ ਅਲਾਉਡ ਆ। ਸੋ ਮਤਲਬ ਸੇਮ ਟ੍ਰਾਂਜੈਕਸ਼ਨ ਤੋਂ ਅਲੱਗ-ਅਲੱਗ ਰਿਜ਼ਲਟ ਨਿਕਲ ਸਕਦੇ ਆ, ਪ੍ਰੋਫਿਟ ਐਂਡ ਲਾਸ ਅਲੱਗ-ਅਲੱਗ ਨਿਕਲ ਸਕਦਾ ਵਾ। ਸੋ ਇਹਦੀ ਲਿਮਿਟੇਸ਼ਨ ਹੈ ਇਹ। ਨੈਕਸਟ ਇਜ਼ ਪੱਖਪਾਤ ਪੂਰਨ ਬੇਸਡ। ਦੇਖੋ ਰੀਜ਼ਨ ਇਹਦਾ ਵੀ ਉਹੀ ਆ ਕਿਉਂਕਿ ਦੇਖੋ ਅਕਾਊਂਟਿੰਗ ਦੇ ਵਿੱਚ ਡਿਫਰੈਂਟ ਟ੍ਰੀਟਮੈਂਟਸ ਅਲਾਉਡ ਆ। ਮਤਲਬ ਲੇਖਾ ਵਿਧੀ ਵਿੱਚ ਇੱਕ ਲੈਣ ਦੇਣ ਲਈ ਵੱਖ-ਵੱਖ ਵਿਧੀਆਂ ਦੀ ਵਰਤੋਂ ਦੀ ਖੁੱਲ੍ਹ ਆ। ਸੋ ਇਸ ਕਰਕੇ ਅਕਾਊਂਟੈਂਟ ਆਪਣੀ ਸੁਵਿਧਾ ਅਨੁਸਾਰ ਜਾਂ ਵਪਾਰ ਦੇ ਨਤੀਜੇ ਚੇਂਜ ਕਰਨ ਦੇ ਲਈ, ਬਦਲਣ ਦੇ ਲਈ ਕੋਈ ਵੀ ਵਿਧੀ ਅਪਣਾ ਸਕਦਾ ਵਾ। ਸੋ ਇਸ ਕਰਕੇ ਜਿਹੜੀ ਅਕਾਊਂਟਿੰਗ ਆ ਉਹ ਪੱਖਪਾਤ ਪੂਰਨ ਹੋ ਜਾਂਦੀ ਆ, ਬੇਸਡ ਹੋ ਜਾਂਦੀ ਆ। ਸੋ ਨੈਕਸਟ ਆਪਣੇ ਕੋਲ ਹੈਗਾ ਵਾ ਵਰਤਮਾਨ ਮੁੱਲ ਦੀ ਜਾਣਕਾਰੀ ਨਹੀਂ, ਨੋ ਇਨਫੋਰਮੇਸ਼ਨ ਅਬਾਊਟ ਪ੍ਰੈਜ਼ੈਂਟ ਵੈਲਿਊ। ਦੇਖੋ ਜਦੋਂ ਅਸੀਂ ਅਕਾਊਂਟਿੰਗ ਕਰਦੇ ਹਾਂ ਉਹਦੇ ਵਿੱਚ ਜਿਹੜੀ ਉਹਦੇ ਐਂਡ ਦੇ ਵਿੱਚ ਬੈਲੈਂਸ ਸ਼ੀਟ ਪ੍ਰਪੇਅਰ ਕੀਤੀ ਜਾਂਦੀ ਆ। ਸੋ ਉਹਦੇ ਵਿੱਚ ਸੰਪਤੀਆਂ ਦਾ ਉਹਨਾਂ ਦੇ ਖਰੀਦ ਮੁੱਲ ਤੇ ਜਾਂ ਫਿਰ ਡੈਪਰੀਸ਼ੀਏਟਡ ਵੈਲਿਊ ਤੇ ਲੇਖਾ ਕੀਤਾ ਜਾਂਦਾ ਵਾ। ਯਾਨੀ ਕਿ ਅਸੀਂ ਜਦੋਂ ਐਸੈਟਸ ਰਿਕਾਰਡ ਕਰਦੇ ਹਾਂ ਜਾਂ ਤਾਂ ਉਹਨੂੰ ਪਰਚੇਜ਼ ਪ੍ਰਾਈਸ ਤੇ ਰਿਕਾਰਡ ਕਰਦੇ ਹਾਂ ਜਾਂ ਉਹਦੀ ਡੈਪਰੀਸ਼ੀਏਟਡ ਵੈਲਿਊ ਮਤਲਬ ਘਟੇ ਹੋਏ ਮੁੱਲ ਤੇ, ਜਿੰਨੀ ਉਹ ਚੱਲ ਚੁੱਕੀ ਆ ਉਸ ਤੋਂ ਬਾਅਦ ਉਹਨੂੰ ਘਟਾ ਕੇ। ਪਰ ਕਈ ਐਸੈਟਸ ਇਹੋ ਜਿਹੀਆਂ ਹੁੰਦੀਆਂ ਵਾ ਜਿਨ੍ਹਾਂ ਦਾ ਸਮਾਂ ਗੁਜ਼ਰਨ ਨਾਲ ਮੁੱਲ ਵੱਧ ਜਾਂਦਾ ਵਾ, ਜਿਵੇਂ ਲੈਂਡ ਹੋ ਗਈ, ਜ਼ਮੀਨ ਦਾ ਸਮੇਂ ਨਾਲ ਮੁੱਲ ਵੱਧਦਾ ਵਾ। ਪਰ ਜੇ ਕਿਸੇ ਬਿਜ਼ਨਸ ਨੇ ਲੈਂਡ ਖਰੀਦੀ ਹੋਵੇ ਤਾਂ ਉਹ ਪੁਸਤਕਾਂ ਵਿੱਚ ਲਾਗਤ ਤੇ ਹੀ ਲਿਖੀ ਹੁੰਦੀ ਹੈ। ਇਸ ਤਰ੍ਹਾਂ ਸਾਨੂੰ ਲੈਂਡ ਦਾ ਅਸਲ ਮੁੱਲ, ਅੱਜ ਦੀ ਡੇਟ ਦਾ ਮੁੱਲ ਬੈਲੈਂਸ ਸ਼ੀਟ ਤੋਂ ਨਹੀਂ ਪਤਾ ਚੱਲ ਸਕਦਾ। ਸੋ ਇਸ ਤਰ੍ਹਾਂ ਲੇਖਾ ਵਿਧੀ ਸਾਨੂੰ ਵਪਾਰ ਦੇ ਵਰਤਮਾਨ ਮੁੱਲ ਦੀ ਜਾਣਕਾਰੀ ਨਹੀਂ ਦਿੰਦੀ। ਸੋ ਇਹ ਸੀਗੀਆਂ ਲਿਮਿਟੇਸ਼ਨਸ ਆਫ ਅਕਾਊਂਟਿੰਗ। ਸੋ ਇਹ ਅੱਜ ਦਾ ਟੌਪਿਕ ਸੀਗਾ। ਸੋ ਨੈਕਸਟ ਟੌਪਿਕ ਦੇ ਵਿੱਚ ਅਸੀਂ ਅਕਾਊਂਟਿੰਗ ਟਰਮਸ ਸਟਾਰਟ ਕਰਾਂਗੇ, ਡਿਫਰੈਂਟ ਅਕਾਊਂਟਿੰਗ ਟਰਮਸ। ਸੋ ਡਿਟੇਲਸ ਕਰਾਂਗੇ। ਥੈਂਕ ਯੂ ਫॉर ਵਾਚਿੰਗ। ਸੋ ਲਾਈਕ ਕਰੋ ਵੀਡੀਓ ਨੂੰ, ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਲਗਾਤਾਰ ਵੀਡੀਓ ਮਿਲਦੇ ਰਹਿਣ, ਤੇ ਬੈਲ ਆਈਕਨ ਪ੍ਰੈਸ ਕਰੋ ਵੀ ਆਟੋਮੈਟਿਕ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਜਦੋਂ ਕੋਈ ਵੀਡੀਓ ਅਪਲੋਡ ਹੋਵੇ। ਥੈਂਕ ਯੂ ਵੈਰੀ ਮਚ।